ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਸਰਬੱਤ ਸੰਗਤ ਸਭ ਮਾਈ ਭਾਈ ਆਓ ਸਾਰੇ ਰਲ ਮਿਲ ਕਰਕੇ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਮੁਖ ਰਸਨਾ ਨੂੰ ਪਵਿੱਤਰ ਕਰੋ, ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਲੜੀਵਾਰ ਕਥਾ ਆਰੰਭ ਕੀਤੀ ਹੈ, ਪਰ ਜਦੋਂ ਕੋਈ ਵਿਸ਼ੇਸ਼ ਦਿਹਾੜਾ, ਵੈਸੇ ਤਾਂ ਸਿੱਖ ਕੌਮ ਲਈ ਹਰ ਇੱਕ ਦਿਨ ਵਿਸ਼ੇਸ਼ ਹੈ, ਫਿਰ ਵੀ ਕੁਝ ਐਸੇ ਸਾਕੇ, ਐਸੀਆਂ ਸ਼ਹਾਦਤਾਂ ਨੇ ਜਿਹੜੀਆਂ ਸਾਨੂੰ ਵਾਰ-ਵਾਰ ਵਿਚਾਰਨੀਆਂ ਪੈਂਦੀਆਂ ਨੇ ਔਰ ਸਾਡੇ ਸੱਭਿਆਚਾਰ ਜਾਂ ਸਾਡੇ ਬੱਚਿਆਂ ਨੂੰ ਸੰਭਾਲਣ ਵਾਸਤੇ। ਆਹ ਜਿਹੜੇ ਦਿਨ ਚੱਲ ਰਹੇ ਨੇ, ਇਹ ਸਾਕਾ ਨਨਕਾਣਾ ਸਾਹਿਬ ਦੀਆਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ। ਅੱਜ ਤੋਂ ਪੂਰੇ 100 ਸਾਲ ਪਹਿਲਾਂ ਇਹ ਸ਼ਹਾਦਤਾਂ ਵਾਪਰੀਆਂ। ਐਤਕੀ 1 ਸਦੀ ਹੋ ਗਈ, ਪੂਰਾ 100 ਸਾਲ ਹੋ ਗਿਆ ਨਨਕਾਣਾ ਸਾਹਿਬ ਦੇ ਸਾਕੇ ਵਾਪਰੇ ਨੂੰ। 1921 ਦੇ ਵਿੱਚ ਵਾਪਰਿਆ ਸੀ। 2021 ਚੱਲਦਾ ਪਿਆ ਹੈ। 21 ਫਰਵਰੀ 1921 ਨੂੰ ਇਹ ਹਾਦਸਾ, ਇਹ ਸਾਕਾ ਵਾਪਰਿਆ। ਔਰ 2021 ਫਰਵਰੀ ਤੱਕ ਪੂਰਾ 100 ਸਾਲ ਹੋ ਜਾਏਗਾ। ਇਸ ਕਰਕੇ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਇਹੋ ਹੋਵੇਗੀ ਕਿ ਉਹਨਾਂ ਦੇ ਜੀਵਨ ਨੂੰ ਆਪਾਂ ਵਿਚਾਰ ਕੇ, ਪੜ੍ਹ ਸੁਣ ਕੇ ਆਪਣੇ ਬੱਚਿਆਂ ਨੂੰ ਸੁਣਾਈਏ, ਤਾਂ ਜੋ ਸਾਡੇ ਬੱਚੇ ਵੀ ਪ੍ਰਭਾਵਿਤ ਹੋਣ। ਆਓ ਸਾਰੀ ਸੰਗਤ ਰਲ ਮਿਲ ਕਰਕੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰੀਏ। ਔਰ ਇਹ ਮਹਾਨ ਸਾਕਾ ਕਿਉਂ ਵਾਪਰਿਆ, ਇਹਦਾ ਕਾਰਨ ਕੀ ਸੀ। ਪਹਿਲਾਂ ਆਪਾਂ ਪਿਛੋਕੜ ਵੱਲ ਜਾਈਏ ਤਾਂ ਜੋ ਸਾਨੂੰ ਪੂਰਾ ਪਤਾ ਲੱਗ ਸਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਰਬਜੋਤ ਸਿੰਘ ਹੋਣਾ ਦੇ ਕਹਿਣ 'ਤੇ ਗੁਰੂ ਘਰਾਂ ਦੇ ਨਾਮ ਜੰਗੀਰਾਂ ਲਵਾ ਦਿੱਤੀਆਂ ਗਈਆਂ। ਉਹਦਾ ਇੱਕ ਕਾਰਨ ਸੀ ਕਿ ਇਹ ਜਿਹੜਾ ਗੁਰੂ ਨਾਨਕ ਦਾ ਘਰ ਹੈ, ਇੱਥੋਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਚੱਲ ਸਕੇ, ਇੱਥੋਂ ਦੇ ਲੰਗਰ ਸਹੀ ਤਰੀਕੇ ਨਾਲ ਚੱਲ ਸਕਣ, ਇੱਥੋਂ ਹਮੇਸ਼ਾ ਗੁਰੂ ਨਾਨਕ ਦਾ ਜਿਹੜਾ ਪੈਗਾਮ ਹੈ ਕਿ ਮਨੁੱਖਤਾ ਦੀ ਸੇਵਾ ਦਾ, ਉਹ ਹਮੇਸ਼ਾ ਸੰਗਤ ਤੱਕ ਪਹੁੰਚਦਾ ਰਹੇ, ਇੱਥੇ ਲੋੜਵੰਦਾਂ ਦੀ ਮਦਦ ਹੁੰਦੀ ਰਹੇ। ਸੋ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰਾਂ ਦੇ ਨਾਮ ਜੰਗੀਰਾਂ ਸਨ ਜਿਹੜੀਆਂ, ਉਹ ਲਵਾ ਦਿੱਤੀਆਂ ਸਨ। ਅਤੇ ਉਸ ਵੇਲੇ ਅੰਗਰੇਜ਼ ਹਕੂਮਤ ਵੇਲੇ, ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਅੰਗਰੇਜ਼ਾਂ ਦਾ ਰਾਜ ਆਇਆ,
ਤੇ ਅੰਗਰੇਜ਼ ਹਕੂਮਤ ਵੇਲੇ ਜਿਹੜੇ ਗੁਰਦੁਆਰਿਆਂ ਤੇ ਕਾਬਜ ਸੀ ਉਹ ਮਹੰਤ ਸਨ, ਮਹੰਤ ਸਨ। ਤੇ ਗੁਰਦੁਆਰਿਆਂ ਤੇ ਕਾਬਜ ਮਹੰਤਾਂ ਨੇ ਫਿਰ ਸਰਕਾਰ ਦੀ ਸ਼ਹਿ ਮਿਲ ਗਈ। ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਇੱਕ ਤੇ ਇਨਸਾਨ ਕੋਲ ਜਵਾਨੀ ਹੋਵੇ, ਦੂਜੀ ਮਾਇਆ ਹੋਵੇ, ਤੇ ਉਹਨੂੰ ਵਿਕਾਰਾਂ ਨੂੰ ਸੱਦਣ ਨੂੰ ਲੋੜ ਨਹੀਂ। ਇਹ ਦੋ ਚੀਜ਼ਾਂ ਜਿਹਦੇ ਕੋਲ ਹੋਣ ਤੇ ਉਹਨੂੰ ਆਪਣੇ ਆਪ ਵਿਕਾਰੀ ਬਣਾ ਦਿੰਦੀਆਂ ਨੇ। ਹੁਣ ਜਿਹੜੇ ਗੁਰਦੁਆਰਿਆਂ ਦੇ ਵਿੱਚ ਮਹੰਤ ਕਾਬਜ ਸਨ ਤੇ ਉਹਨਾਂ ਨੇ ਗੁਰੂ ਘਰਾਂ ਦੀ ਜਿਹੜੀ ਮਰਿਆਦਾ ਦੀਆਂ ਧੱਜੀਆਂ ਉਡਾ ਦਿੱਤੀਆਂ। ਜਿਹੜਾ ਗੁਰੂ ਨਾਨਕ ਦਾ ਸਿਧਾਂਤ ਹੈ, ਗੁਰੂ ਨਾਨਕ ਦਾ ਪੈਗਾਮ ਹੈ, ਉਹਨੂੰ ਗੁਰੂ ਘਰ ਦੇ ਵਿੱਚ ਲਾਗੂ ਨਹੀਂ, ਆਪਣੀਆਂ ਮਨਮਤਾਂ ਚਲਾ ਦਿੱਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ ਵੀ ਉਸ ਵੇਲੇ ਮਹੰਤਾਂ ਕੋਲ ਹੈ, ਪੁਜਾਰੀਆਂ ਕੋਲ ਹੈ। ਤਰਨ ਤਾਰਨ ਸਾਹਿਬ ਦਾ ਪ੍ਰਬੰਧ ਵੀ ਮਹੰਤਾਂ ਕੋਲ ਹੈ। ਨਨਕਾਣਾ ਸਾਹਿਬ ਦਾ ਪ੍ਰਬੰਧ ਵੀ ਮਹੰਤਾਂ ਕੋਲ ਹੈ। ਹੁਣ ਆਪਾਂ ਪਿਛੋਕੜ ਵੱਲ ਜਾਈਏ ਵੀ ਇਹ ਸਾਕੇ ਕਿਉਂ ਵਾਪਰੇ। ਹੁਣ ਧਿਆਨ ਦਿਓ, ਇੱਕ ਮੁਸਲਮਾਨ ਵੀਰ ਸੀ, ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ। ਉਹਨੇ ਨਾਮ ਰੱਖਿਆ ਸੀ ਭਾਈ ਮਹਿਤਾਬ ਸਿੰਘ। ਜਦੋਂ ਉਹਨੇ ਅੰਮ੍ਰਿਤ ਛਕ ਕੇ ਸਿੰਘ ਸਜਿਆ, ਮਹਿਤਾਬ ਸਿੰਘ ਨਾਮ ਰੱਖਿਆ ਆਪਣਾ, ਤੇ ਗੁਰੂ ਦੇ ਪ੍ਰਚਾਰ ਕਰਨ ਦਾ ਇੰਨਾ ਕੁ ਉਹਦੇ ਅੰਦਰ ਸ਼ੌਂਕ ਜਾਗਿਆ, ਇੰਨੀ ਕੁ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਕੀਤੀ। ਉਹਨੇ ਆਪ ਹੀ ਅੰਮ੍ਰਿਤ ਨਹੀਂ ਛਕਿਆ, ਸਗੋਂ ਹੋਰਨਾਂ ਨੂੰ ਪ੍ਰੇਰ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਸਿੱਖ ਸੰਗਤ ਵਿੱਚ ਚੇਤਨਾ ਆਈ, ਜਾਗਰੂਕਤਾ ਆਈ। ਭਾਈ ਮਹਿਤਾਬ ਸਿੰਘ ਨੂੰ ਥਾਂ ਥਾਂ ਤੇ ਸੱਦਿਆ ਜਾਣ ਲੱਗਿਆ, ਦੀਵਾਨ ਲੱਗਣੇ ਸ਼ੁਰੂ ਹੋ ਗਏ। ਤਾਂ ਫਿਰ ਉਹਨਾਂ ਦਿਨਾਂ ਦੇ ਵਿੱਚ ਭਾਈ ਮਹਿਤਾਬ ਸਿੰਘ ਜੀ ਨੇ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਦੀਵਾਨ ਸਜਾਇਆ। ਤੇ ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਨ ਸਜਾਏ, ਜਲਿਆਂਵਾਲੇ ਬਾਗ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਲਈ ਸੰਗਤ ਨੂੰ ਪ੍ਰੇਰਿਤ ਕੀਤਾ। ਤੇ ਉਦੋਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸੀ ਉਹ ਮਹੰਤਾਂ ਕੋਲ ਸੀ। ਤਾਂ ਇਹਨਾਂ ਕੀ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਗਏ। ਤੇ ਸਾਰੇ ਗੁਰੂ ਕੇ ਅੰਮ੍ਰਿਤਧਾਰੀ ਸਿੱਖ ਨੇ, ਪਰ ਮਹੰਤਾਂ ਨੇ ਇਹਨਾਂ ਨੂੰ ਨਾਮ ਦਿੱਤਾ ਕਿ ਇਹ ਚੌਥੇ ਪੌੜੇ ਵਾਲੇ ਹਨ। ਇੱਕ ਗੱਲ ਧਿਆਨ ਰੱਖਿਓ ਜੀ, ਆਪਾਂ ਆਪਣੇ ਘਰ ਦੇ ਅੰਦਰ ਰਹਿੰਦੇ ਆ ਤੇ ਅਸੀਂ ਆਪਣੇ ਘਰ ਦੇ ਵਿੱਚ ਜਿਹੜੀ ਸਾਡੇ ਘਰ ਦੀ ਮਰਿਆਦਾ ਹੈ ਉਹ ਲਾਗੂ ਰੱਖਦੇ ਹਾਂ। ਤੇ ਕੋਈ ਇਨਸਾਨ ਆ ਕੇ ਆਪਣੇ ਘਰ ਦੇ ਵਿੱਚ ਕਵੇ ਕਿ ਤੁਹਾਡੀ ਮਰਜ਼ਾਦਾ ਨਹੀਂ ਚੱਲਣੀ, ਤੁਸੀਂ ਇੱਦਾਂ ਨਹੀਂ ਚੱਲਣਾ, ਤੇ ਉਹ ਆਪਾਂ ਕਿਵੇਂ ਸਹਿਣ ਕਰਾਂਗੇ। ਤੇ ਗੁਰੂ ਨਾਨਕ ਦਾ ਘਰ ਹੈ, ਇੱਥੇ ਗੁਰੂ ਨਾਨਕ ਦੀ ਮਰਿਆਦਾ ਚੱਲੇਗੀ, ਇੱਥੇ ਗੁਰੂ ਨਾਨਕ ਦਾ ਸਿਧਾਂਤ ਚੱਲੇਗਾ। ਕੋਈ ਆਮ ਇਨਸਾਨ ਆ ਕੇ ਕਵੇ ਕਿ ਇੱਥੇ ਆਹ ਗੱਲ ਨਹੀਂ ਹੋ ਸਕਦੀ, ਇਹ ਭਲਾ ਕਿਵੇਂ ਹੋਵੇਗਾ। ਹੁਣ ਗੁਰੂ ਨਾਨਕ ਦਾ ਘਰ ਹੈ ਨਾ ਜੀ ਜਿਹੜਾ, ਉਹ ਜਾਤ ਪਾਤ ਦੇ ਵਿਤਕਰੇ ਨੂੰ ਨਹੀਂ ਮੰਨਦਾ। ਖੁਦ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਨੇ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਨਾਲ ਲਿਆ। ਔਰ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਆਉਂਦਾ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਗੁਰੂ ਨਾਨਕ ਦੇ ਘਰ ਵਿੱਚੋਂ ਆਵਾਜ਼ ਆਉਂਦੀ ਹੈ ਕਿ ਅਬਲਹ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।
ਇੱਥੇ ਇੱਕ ਨੂਰ ਤੋਂ ਪੈਦਾ ਹੋਏ ਨੇ ਸਾਰੇ। ਗੁਰਬਾਣੀ ਜਾਤ ਨਹੀਂ ਮੰਨਦੀ, ਗੁਰਬਾਣੀ ਕਰਮ ਮੰਨਦੀ ਹੈ ਜੀ। ਗੁਰੂ ਨਾਨਕ ਦੇਵ ਸਾਹਿਬ ਦਾ ਬਚਨ ਹੈ ਜੀ ਪ੍ਰਭਾਤੀ ਰਾਗ ਦੇ ਵਿੱਚ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮਨੁੱਖ ਜਾਤ ਕਰਕੇ ਛੋਟਾ ਨਹੀਂ ਤੇ ਮਨੁੱਖ ਜਾਤ ਕਰਕੇ ਵੱਡਾ ਵੀ ਨਹੀਂ, ਤੇ ਜੇ ਕੋਈ ਵੱਡਾ ਛੋਟਾ ਹੈ ਤਾਂ ਉਹ ਕਰਮਾਂ ਕਰਕੇ ਕੋਈ ਨੀਚ ਹੋ ਸਕਦਾ ਹੈ, ਕਰਮਾਂ ਕਰਕੇ ਕੋਈ ਉੱਤਮ ਹੋ ਸਕਦਾ ਹੈ। ਉੱਦਾਂ ਜਾਤ ਪਾਤ ਦਾ ਵਿਤਕਰਾ ਨਹੀਂ ਹੈ। ਤੇ ਜੇ ਕੋਈ ਸਿੱਖ ਹੋ ਕੇ ਅੱਜ ਵੀ ਜਾਤ ਪਾਤ ਦਾ ਵਿਤਕਰਾ ਰੱਖਦਾ ਹੈ, ਮਾਨੋ ਉਹ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟ ਪਿਆ ਚੱਲਦਾ ਹੈ। ਹੁਣ ਜਦੋਂ ਭਾਈ ਮਹਿਤਾਬ ਸਿੰਘ ਹੋਣੀ, ਇਹਨਾਂ ਦੇ ਨਾਲ ਕੁਝ ਖਾਲਸਾ ਕਾਲਜ ਦੇ ਵਿਦਿਆਰਥੀ, ਕੁਝ ਪ੍ਰੋਫੈਸਰ ਨੇ, ਤੇ ਇਹਨਾਂ ਦੇ ਨਾਲ ਹੀ ਸਰਦਾਰ ਤੇਜਾ ਸਿੰਘ ਪੁੱਚਰ, ਤੇਜਾ ਸਿੰਘ, ਹੋਰ ਬਹੁਤ ਸਾਰੇ ਗੁਰੂ ਕੇ ਸਿੱਖ ਨੇ। ਤੇ ਇਹ ਜਦੋਂ ਹਰਿਮੰਦਰ ਸਾਹਿਬ ਜਾਂਦੇ ਨੇ ਤੇ ਪੁਜਾਰੀਆਂ ਨੇ ਉੱਥੋਂ ਇਹਨਾਂ ਦੀ ਅਰਦਾਸ ਕਰਨ ਤੋਂ ਮਨਾ ਕਰ ਦਿੱਤਾ। ਕਹਿੰਦੇ ਇਹ ਚੌਥੇ ਪੌੜੇ ਵਾਲੇ ਨੇ, ਇਹ ਨੀਚ ਨੇ, ਹੁਣ ਇਹਨਾਂ ਦੀ ਦੇਗ ਦੀ ਅਰਦਾਸ ਨਹੀਂ ਹੋਵੇਗੀ। ਦੇਖੋ ਜੀ, ਹਰਿਮੰਦਰ ਸਾਹਿਬ ਜਦੋਂ ਆਪਾਂ ਜਾਂਦੇ ਹਾਂ ਨਾ, ਤੁਸੀਂ ਇਕੱਲਾ ਹਰਿਮੰਦਰ ਸਾਹਿਬ ਤੇ ਲੱਗਿਆ ਹੋਇਆ ਸੋਨਾ ਨਾ ਵੇਖਿਆ ਕਰੋ, ਤੇ ਹਰਿਮੰਦਰ ਸਾਹਿਬ ਤੇ ਲੱਗੇ ਹੋਏ ਸੀਸ ਵੇਖਣੇ ਨੇ ਵੀ ਉੱਥੇ ਸੀਸ ਕਿੰਨੇ ਲੱਗੇ ਨੇ, ਕਿੰਨੀਆਂ ਸ਼ਹਾਦਤਾਂ ਹਰਿਮੰਦਰ ਸਾਹਿਬ ਵਿੱਚ ਹੋਈਆਂ। ਔਰ ਹਰਿਮੰਦਰ ਸਾਹਿਬ ਦਾ ਸਿਧਾਂਤ ਵੇਖਣਾ ਵੀ ਇਹਦੇ 4 ਦਰਵਾਜ਼ੇ ਕਿਉਂ ਰੱਖੇ ਨੇ। ਹਰਿਮੰਦਰ ਸਾਹਿਬ ਦਾ ਸਿਧਾਂਤ ਵੇਖਣਾ ਇਸ ਦੇ 4 ਦਰਵਾਜ਼ਿਆਂ ਨੂੰ ਰਸਤਾ ਕੇਵਲ ਇੱਕ ਕਿਉਂ ਹੈ। ਕੀ 4 ਦਰਵਾਜ਼ਿਆਂ ਨੂੰ 4 ਰਸਤੇ ਨਹੀਂ ਸੀ ਹੋ ਸਕਦੇ? ਇੱਕ ਰਸਤਾ ਕਿਉਂ ਹੈ? ਇਹਦਾ ਵੀ ਕੋਈ ਕਾਰਨ ਹੈ। ਖੈਰ ਚਲੋ, ਇਹ ਫਿਰ ਕਦੀ ਵਿਚਾਰ ਕਰਾਂਗੇ। ਤੇ ਉਸ ਵੇਲੇ ਪੁਜਾਰੀਆਂ ਨੇ ਅਰਦਾਸ ਨਹੀਂ ਕੀਤੀ, ਕਹਿੰਦੇ ਇਹ ਤੇ ਚੌਥੇ ਪੌੜੇ ਵਾਲੇ ਨੇ, ਇਹ ਤੇ ਨੀਚ ਨੇ। ਤਾਂ ਉੱਥੇ ਸਰਦਾਰ ਤੇਜਾ ਸਿੰਘ ਪੁੱਚਰ ਤੇ ਕੁਝ ਖਾਲਸਾ ਕਾਲਜ ਦੇ ਪ੍ਰੋਫੈਸਰ ਅੱਗੇ ਆਏ, ਪੁਜਾਰੀਆਂ ਨੂੰ ਸਵਾਲ ਕੀਤਾ, ਕਹਿਣ ਲੱਗੇ ਗੱਲ ਸੁਣੋ, ਇਹ ਅੰਮ੍ਰਿਤਧਾਰੀ ਨੇ ਤੇ ਗੁਰੂ ਨਾਨਕ ਦਾ ਦਰਬਾਰ ਅੰਮ੍ਰਿਤਧਾਰੀ, ਤੇ ਚਲੋ ਠੀਕ ਹੈ, ਗੁਰੂ ਨਾਨਕ ਦਾ ਘਰ ਤੇ ਕਿਸੇ ਨਾਲ ਵੀ ਫਰਕ ਨਹੀਂ ਰੱਖਦਾ, ਇੱਥੇ ਤੇ ਜਾਤ ਪਾਤ ਦਾ ਵਿਤਕਰਾ ਹੀ ਕੋਈ ਨਹੀਂ। ਸਰਦਾਰ ਤੇਜਾ ਸਿੰਘ ਪੁੱਚਰ ਹੋਰਾਂ ਨੇ ਫਿਰ ਅੱਗੇ ਪੁਜਾਰੀ ਨੂੰ ਇਹ ਗੱਲ ਦੱਸੀ ਕਿ ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ ਖਲੋ ਕੇ ਤੁਸੀਂ ਕਹਿੰਦੇ ਹੋ ਕਿ ਇਹ ਨੀਚ ਨੇ, ਉਸ ਹਰਿਮੰਦਰ ਸਾਹਿਬ ਦੇ 4 ਦਰਵਾਜ਼ਿਆਂ ਵੱਲ ਤੱਕੋ, 4 ਦਰਵਾਜ਼ਿਆਂ ਵੱਲ ਵੇਖੋ, ਤੇ ਇਹਨਾਂ ਦਾ ਭਾਵ ਹੀ ਇਹ ਹੈ ਕਿ ਇੱਥੇ 4 ਦਿਸ਼ਾਵਾਂ ਦੇ ਲੋਕ ਆ ਸਕਦੇ ਨੇ, ਇੱਥੇ 4 ਵਰਨਾਂ ਦੇ ਲੋਕ ਆ ਸਕਦੇ ਨੇ, ਇੱਥੇ 4 ਮਜ਼ਹਬਾਂ ਦੇ ਲੋਕ ਆ ਸਕਦੇ ਨੇ, ਤੇ ਤੁਸੀਂ ਕਿਵੇਂ ਕਹਿ ਸਕਦੇ ਹੋ? ਤਾਂ ਉਸ ਵੇਲੇ ਪੁਜਾਰੀਆਂ ਨੇ ਮਨਾ ਕਰ ਦਿੱਤਾ, ਕਹਿਣ ਲੱਗੇ ਅਸੀਂ ਅਰਦਾਸ ਨਹੀਂ ਕਰਾਂਗੇ। ਕੋਈ ਉਹਨਾਂ ਨੇ ਦਲੀਲ ਨਹੀਂ ਸੁਣੀ, ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ। ਕਹਿੰਦੇ ਬਸ ਇਹ ਨੀਚ ਨੇ ਤਾਂ ਨੀਚ ਨੇ, ਤੇ ਅਸੀਂ ਇਹਨਾਂ ਦੀ ਅਰਦਾਸ ਨਹੀਂ ਕਰਾਂਗੇ। ਹਾਲਾਂਕਿ ਵੀ ਉਹ ਅੰਮ੍ਰਿਤਧਾਰੀ ਸਿੱਖ ਸਨ ਸਾਰੇ। ਤਾਂ ਉਸ ਵੇਲੇ ਸਰਦਾਰ ਤੇਜਾ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ, ਆਪ ਅਰਦਾਸ ਕੀਤੀ, ਪੁਜਾਰੀਆਂ ਨੇ ਅਰਦਾਸ ਨਹੀਂ ਕੀਤੀ। ਤੇ ਜਦੋਂ ਆਪ ਅਰਦਾਸ ਕੀਤੀ ਤੇ ਹੁਕਮਨਾਮੇ ਦੇ ਅਰਦਾਸ ਦੇ ਵਿੱਚ ਬੋਲ ਸਨ ਕਿ ਹੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਆ ਤੇਰੇ ਦੁਆਰੇ ਤੇ ਸੰਗਤ ਆਈ ਜਿਹੜੀ ਅੰਮ੍ਰਿਤਧਾਰੀ ਹੈ ਤੇ ਗੁਰੂ ਨਾਲ ਪਿਆਰ ਕਰਨ ਵਾਲੀ ਹੈ, ਤੇ ਤੇਰੇ ਪ੍ਰਬੰਧਕਾਂ ਨੇ, ਤੇਰੇ ਧਰ ਦੇ ਪੁਜਾਰੀਆਂ ਨੇ ਇਹਨਾਂ ਨੂੰ ਨੀਚ ਜਾਤ ਵਾਲ ਕਹਿ ਕੇ, ਚੌਥੇ ਪੌੜੇ ਵਾਲੇ ਕਹਿ ਕੇ ਦੁਰਕਾਰ ਦਿੱਤਾ। ਹੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਫੈਸਲਾ ਕਰੋ ਕਿ ਇਹ ਪੁਜਾਰੀ ਸਹੀ ਨੇ ਜਾਂ ਗਲਤ ਨੇ। ਤਾਂ ਉਸ ਵੇਲੇ ਜਦੋਂ ਅਰਦਾਸ ਤੋਂ ਬਾਅਦ ਹੁਕਮਨਾਮਾ ਆਇਆ ਤੇ ਹੁਕਮਨਾਮੇ ਦੇ ਬੋਲ ਸਨ, ਸੋਰਠ ਮਹੱਲਾ 3 ਦੁੱਧ ਕੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਊਤਮ ਹੈ ਭਾਈ, RAM ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ,
ਪੂਰੇ ਸਤਿਗੁਰ ਲਏ ਰਲਾਏ। ਜਦੋਂ ਇਹ ਬੋਲ ਆਏ, ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਖੜੇ ਹੋਏ ਸਾਰੇ ਗੁਰਸਿੱਖਾਂ ਦੀਆਂ ਅੱਖਾਂ 'ਚ ਅੱਥਰੂ ਸੀ। ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਜਦੋਂ ਤੂੰ ਸਾਨੂੰ ਨਾਲ ਰਲਾਇਆ ਹੈ ਤੇ ਆ ਪੁਜਾਰੀ ਕੌਣ ਹੁੰਦੇ ਨੇ ਸਾਨੂੰ ਤੇਰੇ ਘਰ ਚੋਂ ਕੱਢਣ ਵਾਲੇ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਰਾਮਦਾਸ ਸਾਹਿਬ ਦੇ ਘਰ ਤੋਂ ਐਸਾ ਹੁਕਮਨਾਮਾ ਆਇਆ ਜਿੱਥੇ ਸੰਗਤ ਦੇ ਮਨਾਂ ਦੇ ਵਿੱਚ ਖੁਸ਼ੀ ਸੀ ਤੇ ਉੱਥੇ ਸ਼ੁਕਰਾਨੇ ਦੇ ਅਥਰੂ ਵੀ ਸਨ। ਉਸ ਤੋਂ ਬਾਅਦ ਸਰਦਾਰ ਤੇਜਾ ਸਿੰਘ ਪੁੱਚਰ ਤੇ ਹੋਰ ਹਜ਼ੂਰੀ ਸਿੱਖ ਸਾਰੀ ਸੰਗਤ, ਭਾਈ ਮਹਿਤਾਬ ਸਿੰਘ, ਖਾਲਸਾ ਕਾਲਜ ਦੇ ਕੁਝ ਸਟੂਡੈਂਟ ਤੇ ਕੁਝ ਪ੍ਰੋਫੈਸਰ ਨਾਲ ਨੇ ਤੇ ਇਹ ਉੱਥੋਂ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਨੇ। ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ, ਪੁਜਾਰੀਆਂ ਨੂੰ ਪਤਾ ਸੀ ਵੀ ਹਰਿਮੰਦਰ ਸਾਹਿਬ ਆ ਕੁਝ ਹੋ ਕੇ ਹਟਿਆ ਤੇ ਉੱਥੋਂ ਪੁਜਾਰੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁੰਝਾਂ ਛੱਡ ਕੇ ਆਪੋ ਆਪਣੇ ਘਰਾਂ ਨੂੰ ਪਰਤ ਗਏ ਤੇ ਉੱਥੇ ਇਹ ਗੁਰੂ ਪਿਆਰੀ ਸੰਗਤ ਬੈਠੀ। ਸੁਨੇਹਾ ਭੇਜਿਆ, ਕਹਿੰਦੇ ਜਾਓ ਅਕਾਲ ਤਖਤ ਸਾਹਿਬ ਦੇ ਪ੍ਰਬੰਧਕਾਂ ਨੂੰ, ਇੱਥੋਂ ਦੇ ਪੁਜਾਰੀਆਂ ਨੂੰ ਲੈ ਕੇ ਆਓ ਕਿ ਸੰਗਤ ਆਈ ਹੈ, ਕੜਾਹ ਪ੍ਰਸ਼ਾਦ ਦੀ ਦੇਗ ਕਰਨੀ ਹੈ, ਅਰਦਾਸ ਕਰਨੀ ਹੈ। ਉਸ ਵੇਲੇ ਪੁਜਾਰੀਆਂ ਮਨਾ ਕੀਤਾ, ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਤੇ ਇਹਨਾਂ ਸੂਦਰਾਂ ਦੀ, ਇਹਨਾਂ ਨੀਵਿਆਂ ਦੀ ਅਰਦਾਸ ਨਹੀਂ ਕਰ ਸਕਦੇ। ਫਿਰ ਸਰਦਾਰ ਤੇਜਾ ਸਿੰਘ ਪੁੱਚਰ ਹੋਰੀ ਖੜੇ ਹੋਏ ਤੇ ਉਹਨਾਂ ਖੜਿਆਂ ਹੋ ਕੇ ਇਹ ਗੱਲ ਕਹਿਣ ਲੱਗੀ, ਕਹਿੰਦੇ ਇਹ ਤਖਤ ਕਿਸੇ ਪੁਜਾਰੀਆਂ ਦੇ ਬਾਪ ਨੇ ਨਹੀਂ ਬਣਾਇਆ, ਇਹ ਤਖਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਜਿਆ ਹੈ। ਇਹ ਤਖਤ ਕਿਸੇ ਦੀ ਨਿੱਜੀ ਜੰਗੀਰ ਨਹੀਂ ਹੈ ਤੇ ਇਹ ਤਖਤ ਖਾਲਸਾ ਪੰਥ ਦੀ ਇਹ ਸਿਰਮੌਰ ਸੰਸਥਾ ਹੈ। ਖਾਲਸਾ ਪੰਥ ਦੀ ਸਿਰਮੌਰ ਹਸਤੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ। ਇਹ ਅਕਾਲ ਤਖਤ ਸਾਹਿਬ ਇਹ ਖਾਲਸਾ ਪੰਥ ਦਾ ਰਹੇਗਾ, ਇਹ ਕੌਮ ਦਾ ਰਹੇਗਾ। ਉਸ ਵੇਲੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਸੀ, ਇਹ ਸਰਦਾਰ ਤੇਜਾ ਸਿੰਘ ਪੁੱਚਰ ਹੋਰਾਂ ਨੇ ਇੱਕ ਕਮੇਟੀ ਤਿਆਰ ਕੀਤੀ। 12 ਅਕਤੂਬਰ ਨੂੰ, ਇਸ 12 ਅਕਤੂਬਰ 1920 ਨੂੰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਸੀ। ਉਦੋਂ ਇੱਕ ਕਮੇਟੀ ਬਣੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਤੇਜਾ ਸਿੰਘ ਜੀ ਪੁੱਚਰ ਇਹ ਬਣੇ ਤੇ ਉਸ ਵੇਲੇ ਹਰਿਮੰਦਰ ਸਾਹਿਬ ਦਾ ਜਿਹੜਾ ਕਬਜ਼ਾ ਸੀ ਉਹ ਵੀ ਫਿਰ ਸ਼੍ਰੋਮਣੀ ਕਮੇਟੀ ਨੇ ਲੈ ਲਿਆ ਤੇ ਗੁਰਦੁਆਰਾ ਸੁਧਾਰ ਲਹਿਰ ਕੇ ਇੱਥੋਂ ਹੀ ਚੱਲੀ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ, ਜਿਹੜੀਆਂ ਉੱਥੇ ਮਨਮਤਾਂ ਹੋ ਰਹੀਆਂ ਸਨ, ਇੱਥੋਂ ਤੱਕ ਦਾ ਸਮਾਂ ਵੀ ਅਸੀਂ ਕੌਮ ਨੇ ਵੇਖਿਆ ਕਿ ਹਰਿਮੰਦਰ ਸਾਹਿਬ ਮੂਰਤੀਆਂ ਦੀ ਪੂਜਾ ਵੀ ਹੋਣ ਲੱਗ ਪਈ ਸੀ। ਹਰਿਮੰਦਰ ਸਾਹਿਬ ਮੂਰਤੀਆਂ ਦੀ ਪੂਜਾ ਵੀ ਹੋਣ ਲੱਗ ਪਈ ਸੀ। ਹਰਿਮੰਦਰ ਸਾਹਿਬ ਬਹੁਤ ਜ਼ਿਆਦਾ ਮਹੰਤਾਂ ਨੇ ਦੁਰਦਸ਼ਾ ਕੀਤੀ, ਪਰ 12 ਅਕਤੂਬਰ ਸਨ 1920 ਨੂੰ ਸ਼੍ਰੋਮਣੀ ਕਮੇਟੀ ਨੇ ਉਹਨਾਂ ਮਹੰਤਾਂ ਕੋਲੋਂ ਕਬਜ਼ਾ ਲੈ ਕੇ ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ। ਉਸ ਤੋਂ ਬਾਅਦ ਫਿਰ ਤਰਨ ਤਾਰਨ ਸਾਹਿਬ ਵਿਖੇ ਵੀ ਮਹੰਤਾਂ ਦਾ ਕਬਜ਼ ਸੀ ਤੇ ਤਰਨ ਤਾਰਨ ਸਾਹਿਬ ਦੀਆਂ ਕੁਝ ਘਟਨਾਵਾਂ ਨੇ ਸਿੱਖ ਕੌਮ ਦੇ ਹਿਰਦੇ ਸਨ ਜਿਹੜੇ ਉਹ ਬਲੂੰਦਰ ਕੇ ਰੱਖ ਦਿੱਤੇ। ਵੈਸੇ ਤਾਂ ਮਹੰਤਾਂ ਦੀਆਂ ਕਰਤੂਤਾਂ ਸਾਰੇ ਜੱਗ ਵਿੱਚ ਜ਼ਾਹਰ ਸਨ। ਉਹਨਾਂ ਕੋਲੇ ਗੁਰੂ ਨਾਨਕ ਦੇ ਘਰ ਦੀਆਂ ਜੰਗੀਰਾਂ ਦਾ ਪੈਸਾ, ਉੱਪਰੋਂ ਅੰਗਰੇਜ਼ ਸਰਕਾਰ ਦੀ ਸ਼ਹਿ, ਉਹਨਾਂ ਨੇ ਗੁਰੂ ਮਰਿਆਦਾ ਦੀਆਂ ਧੱਜੀਆਂ ਉਡਾ ਦਿੱਤੀਆਂ। ਆ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਜੰਤਰੀਆਂ ਫੰਤਰੀਆਂ ਦੇਖਣ ਦਾ ਕੰਮ ਚੱਲਿਆ ਨਾ ਭਾਈ, ਇਹ ਉੱਥੋਂ ਹੀ ਚੱਲਿਆ ਸੀ। ਆ ਗੁਰਦੁਆਰਿਆਂ ਦੇ ਵਿੱਚ ਧਾਗੇ ਤਵੀਤ ਕਰਨ ਦਾ ਜਿਹੜਾ ਕੰਮ ਚੱਲਿਆ ਸੀ ਨਾ, ਇਹ ਉੱਥੋਂ ਹੀ ਚੱਲਿਆ ਸੀ। ਮਹੰਤ ਕਰਦੇ ਸਨ ਸਾਰਾ ਕੁਝ। ਗੁਰੂ ਘਰ ਦਾ ਇਹ ਮਕਸਦ ਨਹੀਂ ਹੈ। ਗੁਰੂ ਘਰ ਨੇ ਤੇ ਇਸ ਪਖੰਡਵਾਦ ਨੂੰ, ਇਸ ਵਹਿਮ ਭਰਮਾਂ ਨੂੰ ਮੁਕਤ ਕੀਤਾ ਹੈ। ਪਰ ਕੁਝ ਲੋਕ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਇਹ ਕੰਮ ਕਰਦੇ ਨੇ, ਅਸਲ ਵਿੱਚ ਉਹਨਾਂ ਦੇ ਵਿੱਚ ਮਹੰਤਾਂ ਦੀ ਰੂਹ ਅਜੇ ਵੀ ਕੰਮ ਕਰਦੀ ਪਈ ਹੈ। ਗੁਰੂ ਮਰਿਆਦਾ ਦੀਆਂ ਧੱਜੀਆਂ ਉੱਡੀਆਂ ਗੁਰੂ ਘਰਾਂ ਦੇ ਵਿੱਚ, ਤੇ ਤੁਸੀਂ ਇਹ ਵੀ ਧਿਆਨ ਰੱਖਿਓ ਤੇ ਫਿਰ ਉਹਨਾਂ ਦੇ ਸਿੱਟੇ ਵੀ ਕੀ ਨਿਕਲੇ। ਆਪਾਂ ਉਹੀ ਇਤਿਹਾਸ ਵਿਚਾਰ ਰਹੇ ਹਾਂ, ਥੋੜ੍ਹਾ ਤਵੱਜੋ ਦਿਓ। ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਜਿੱਥੇ ਕੀਰਤਨ ਹੁੰਦਾ ਸੀ, ਕੀਰਤਨ ਬੰਦ ਕਰਕੇ ਆਪਣੀਆਂ ਗੱਦੀਆਂ ਲਾ ਕੇ ਇੱਦਾਂ ਦੇ ਜਿਹੜਾ ਤੇ ਉਹਨਾਂ ਦੀ ਗੱਲ ਮੰਨਦਾ ਸੀ ਉਹ ਗੁਰੂ ਘਰ ਵਿੱਚ ਆ ਸਕਦਾ ਸੀ।
ਤੇ ਜਿਹੜਾ ਕੋਈ ਗੁਰਮਤਿ ਮਰਿਆਦਾ ਦੀ ਗੱਲ ਕਰਦਾ ਸੀ ਤੇ ਮਹੰਤ ਉਹਨੂੰ ਕੁੱਟ ਕੇ ਭਜਾ ਦਿੰਦੇ ਸਨ ਵੀ ਇੱਥੇ ਕੋਈ ਮਰਿਆਦਾ ਦੀ ਗੱਲ ਨਾ ਕਰੇ। ਧਾਗੇ ਤਵੀਤ ਲਏ ਸਾਡੇ ਤੋਂ, ਪਾਣੀ ਕਰਵਾਏ, ਸਾਰਾ ਕੁਝ ਕਰਵਾਏ। ਇਹ ਮਹੰਤਾਂ ਦੀ ਰੂਹ ਅਜੇ ਤੱਕ ਬਹੁਤ ਸਾਰੇ ਗੁਰੂ ਘਰਾਂ ਦੇ ਗ੍ਰੰਥੀਆਂ ਦੇ ਵਿੱਚ ਕੰਮ ਕਰਦੀ ਪਈ ਹੈ। ਅਜੇ ਵੀ ਬਹੁਤ ਸਾਰੇ ਗੁਰੂ ਘਰ ਐਸੇ ਨੇ ਜਿੱਥੇ ਇਹ ਸਾਰਾ ਕੁਝ ਹੁੰਦਾ ਹੈ, ਜਿੱਥੇ ਅਜੇ ਵੀ ਧਾਗੇ ਤਵੀਤ ਕਰਦੇ ਨੇ, ਅਜੇ ਵੀ ਤਰੀਕਾਂ ਥਿੱਤਾਂ ਚੰਗੀਆਂ ਮਾੜੀਆਂ ਦੱਸੀਆਂ ਜਾਂਦੀਆਂ ਨੇ। ਉਦੋਂ ਉਹ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਭੁੱਲ ਜਾਂਦੇ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਸੋਈ ਦਿਨ ਸੁਹਾਵੜਾ, ਜਾ ਤੂੰ ਆਵਹਿ ਚਿੱਤ ਜਿਤ ਦਿਨ ਵਿਸਰੈ, ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਜਦੋਂ ਗੁਰੂ ਕਾ ਗ੍ਰੰਥੀ ਸਿੰਘ ਕਹਿੰਦਾ ਨਾ ਫਲਾਣਾ ਦਿਨ ਚੰਗਾ, ਫਲਾਣਾ ਦਿਨ ਮਾੜਾ ਹੈ, ਤੇ ਉਦੋਂ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦਾ ਦਿੱਤਾ ਖਾਨਾ ਹੈ ਉਹ ਗੁਰੂ ਤਾਂ ਸਾਰੀਆਂ ਥਿੱਤਾਂ ਨੂੰ ਚੰਗੀਆਂ ਕਹਿ ਰਿਹਾ ਹੈ। ਜਿਹੜੇ ਗੁਰੂ ਦਾ ਦਿੱਤਾ ਖਾਨਾ ਹੈ ਉਹ ਗੁਰੂ ਤਾਂ ਇਹਨਾਂ ਪਖੰਡਬਾਦਾਂ ਤੋਂ ਤੈਨੂੰ ਸੁਚੇਤ ਕਰਦਾ ਪਿਆ ਹੈ, ਤੇ ਤੂੰ ਉਸੇ ਗੁਰੂ ਦਾ ਖਾ ਕੇ, ਉਸੇ ਦਾ ਪਹਿਨ ਕੇ ਤੇ ਉਸੇ ਦੀ ਮੁਖਾਲਫਤ ਕਰੇ ਤੇ ਢੋਈ ਕਿੱਥੇ ਮਿਲੇਗੀ। ਖੈਰ, ਉਸ ਵੇਲੇ ਫਿਰ ਤਰਨ ਤਾਰਨ ਸਾਹਿਬ ਦੀਆਂ ਕੁਝ ਘਟਨਾਵਾਂ ਨੇ ਸਿੱਖ ਕੌਮ ਦੇ ਹਿਰਦੇ ਬਲੂੰਦਰ ਕੇ ਰੱਖ ਦਿੱਤੇ। ਤਰਨ ਤਾਰਨ ਸਾਹਿਬ, ਜਿੱਥੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਅਸਥਾਨ 'ਤੇ ਸਰੋਵਰ ਦੇ ਵਿੱਚ ਸੰਗਤ ਇਸ਼ਨਾਨ ਕਰਕੇ ਕੀਰਤਨ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਦੀਆਂ ਖੁਸ਼ੀਆਂ ਲੈਂਦੀ ਸੀ, ਇਹਨਾਂ ਮਹੰਤਾਂ ਨੇ ਉਸ ਸਰੋਵਰ ਦੇ ਵਿੱਚ ਗਰਮੀ ਦੇ ਮਹੀਨੇ, ਜੇਠ ਹਾੜ ਦੇ ਮਹੀਨੇ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਨੀਆਂ। ਜਿਹੜੀਆਂ ਪ੍ਰਕਰਮਾਂ ਦੇ ਵਿੱਚ ਸੰਗਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਯਾਦ ਅੰਦਰ ਚੌਂਕੜਾ ਮਾਰ ਕੇ ਜੁੜਦੀ ਸੀ, ਤੇ ਉਸ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਕੰਢੇ ਤੇ, ਸਰੋਵਰ ਦੇ ਕਿਨਾਰੇ ਤੇ ਬੈਠ ਕੇ ਇਹਨਾਂ ਮਹੰਤਾਂ ਨੇ ਸ਼ਰਾਬ ਪੀਣੀ ਤੇ ਉਹ ਨੱਚਣ ਵਾਲੀਆਂ ਬੀਬੀਆਂ, ਉਹਨਾਂ ਦੇ ਨਾਚ ਕਰਵਾਉਣੇ। ਲਾਹੌਰ ਤੋਂ ਮਸ਼ਹੂਰ ਨੱਚਣ ਵਾਲੀਆਂ ਲਿਆ ਕੇ ਤਰਨ ਤਾਰਨ ਸਾਹਿਬ ਵਿਖੇ ਇਹਨਾਂ ਨੇ ਨਾਚ ਕਰਵਾਏ। ਤੇ ਉੱਥੇ ਇੱਕ ਸਭ ਤੋਂ ਵੱਡੀ ਘਟਨਾ ਵਾਪਰੀ ਜਿਹਨੇ ਪੂਰੀ ਸਿੱਖ ਕੌਮ ਦਾ ਹਿਰਦਾ ਬਲੂੰਦਰ ਕੇ ਰੱਖ ਦਿੱਤਾ। ਇੱਕ ਘਟਨਾ ਵਾਪਰੀ ਕਿ ਉਹਨਾਂ ਵੇਲਿਆਂ ਦੇ ਵਿੱਚ ਭਾਈ ਲਛਮਣ ਸਿੰਘ ਧਾਰੋਵਾਲੀ ਕੁਝ ਬੱਚੀਆਂ ਨੂੰ, ਕੁਝ ਸੰਗਤ ਨੂੰ ਨਾਲ ਲੈ ਕੇ ਤਰਨ ਤਾਰਨ ਸਾਹਿਬ ਆਏ। ਕੀਰਤਨ ਕਰਨ ਦੀ ਇਜਾਜ਼ਤ ਮੰਗੀ ਕਿ ਸਾਡੀਆਂ ਬੱਚੀਆਂ ਕੀਰਤਨ ਕਰ ਲੈਂਦੀਆਂ ਨੇ, ਇਹਨਾਂ ਨੂੰ ਕੁਝ ਸਮਾਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਬਹਿ ਕੇ ਕੀਰਤਨ ਕਰ ਲੈਣ ਦਿਓ। ਤੇ ਇਹਨਾਂ ਮਹੰਤਾਂ ਨੇ ਕੀਰਤਨ ਕਰਨ ਦੀ ਇਜਾਜ਼ਤ ਤਾਂ ਕੀ ਦੇਣੀ ਸੀ, ਸਗੋਂ ਉਹਨਾਂ ਬੱਚੀਆਂ ਨੂੰ, ਉਹਨਾਂ ਬੀਬੀਆਂ ਨੂੰ ਅਪਸ਼ਬਦ ਵਰਤੇ। ਲਛਮਣ ਸਿੰਘ ਧਾਰੋਵਾਲੀ ਵਾਪਸ ਪਰਤਿਆ। ਤੇ ਉਸ ਤੋਂ ਬਾਅਦ ਸਿੰਘ ਸਭਾ ਲਹਿਰ ਦੇ ਮੁਖੀ ਸਨ ਭਾਈ ਸੰਤ ਸਿੰਘ। ਧਿਆਨ ਦਿਓ, ਸਿੰਘ ਸਭਾ ਲਹਿਰ ਦੇ ਮੁਖੀ ਸਨ ਭਾਈ ਸੰਤ ਸਿੰਘ। ਤੇ ਇਹਨਾਂ ਨੇ ਤਰਨ ਤਾਰਨ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਖਲੋ ਕੇ ਸੰਗਤ ਨੂੰ ਇੱਕ ਗੱਲ ਕਹੀ, ਸਿਰਫ ਇੰਨੀ ਗੱਲ ਕਹੀ ਸੀ ਕਿ ਗੁਰਮੁਖੋ, ਜਿਹਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ, ਜਿਹਨੇ ਗੁਰੂ ਨਾਨਕ ਦੇ ਘਰ ਦੀਆਂ ਸਿੱਖੀ ਨੂੰ ਕਮਾਣਾ ਹੈ, ਉਹ ਖੰਡੇ ਦਾ ਅੰਮ੍ਰਿਤ ਛਕ ਕੇ 5 ਕਕਾਰਾਂ ਦੇ ਧਾਰਨੀ ਹੋਵੋ। ਪਰ ਇਹਨਾਂ ਮਹੰਤਾਂ ਨੇ 5 ਕਕਾਰਾਂ ਨੂੰ ਪਹਿਨਣ ਵਾਲੀ ਗੱਲ ਤੇ ਇੰਨਾ ਕੁ ਜ਼ਿਆਦਾ ਗੌਰ ਕੀਤਾ ਕਿ ਉਹ ਇਹਨਾਂ ਨੇ ਨਾ ਭਾਈ ਸੰਤ ਸਿੰਘ ਨੂੰ ਇੰਨਾ ਜ਼ਿਆਦਾ ਜਲੀਲ ਕੀਤਾ। ਇੱਥੋਂ ਤੱਕ ਦੀ ਨੌਬਤ ਆ ਗਈ ਕਿ ਭਾਈ ਸੰਤ ਸਿੰਘ ਜੀ ਦੀ 13 ਸਾਲ ਦੀ ਬੱਚੀ ਔਰ 7 ਸਾਲ ਦਾ ਬੱਚਾ ਇੱਕ ਦਿਨ ਪ੍ਰਕਰਮਾਂ ਦੇ ਵਿੱਚ ਆਏ ਤੇ ਇਹਨਾਂ ਨੇ ਬਸ ਸਿਰਫ ਇਸੇ ਗੱਲ ਦਾ ਬਦਲਾ ਲਿਆ। ਕਹਿੰਦੇ ਨੇ ਸੰਤ ਸਿੰਘ ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦੀ ਗੱਲ ਕਰਦਾ ਹੈ। ਇੱਕ ਗੱਲ ਹੋਰ ਧਿਆਨ 'ਚ ਰੱਖਿਓ ਜੀ, ਅੱਜ ਵੀ ਬਹੁਤ ਸਾਰੇ ਐਸੇ ਅਸਥਾਨ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਥੇ ਤੁਸੀਂ ਖੰਡੇ ਦੇ ਅੰਮ੍ਰਿਤ ਦੀ ਗੱਲ ਨਹੀਂ ਕਰ ਸਕਦੇ। ਇਹਦਾ ਮਤਲਬ ਅੱਜ ਵੀ ਸਿੱਖ ਕੌਮ ਨੂੰ ਦੁਬਾਰਾ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਤੇਜਾ ਸਿੰਘ ਭੁੱਚਰ ਵਰਗੇ ਜੈਸੇ ਸੂਰਮਿਆਂ ਦੀ ਲੋੜ ਹੈ ਜਿਹੜੇ ਗੁਰੂ ਦੇ ਸਿਧਾਂਤ ਨੂੰ ਲਾਗੂ ਕਰਵਾ ਸਕਣ। ਹੁਣ ਭਾਈ ਸੰਤ ਸਿੰਘ ਨੇ ਸਿਰਫ ਇੰਨੀ ਗੱਲ ਕਹੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ,
ਸਿੰਘ ਸਜੋ, ਗੁਰੂ ਨਾਨਕ ਦੀ ਖੁਸ਼ੀ ਮਿਲੇਗੀ। ਪਰ ਮਹੰਤਾਂ ਕੋਲੋਂ ਇਹ ਬਰਦਾਸ਼ਤ ਨਾ ਹੋਇਆ ਤੇ ਇਹਨਾਂ ਨੇ ਕੀ ਕੀਤਾ ਨਾ ਜੀ, ਭਾਈ ਸੰਤ ਸਿੰਘ ਜੀ ਦਾ ਬੱਚਾ ਸੀ 6 ਸਾਲਾਂ ਦਾ, ਤੇ ਉਹਦੇ ਨਾਲ ਪੱਥਰ ਬੰਨ੍ਹ ਕੇ ਉਹਨੂੰ ਸਰੋਵਰ ਵਿੱਚ ਡੁਬੋ ਕੇ ਮਾਰ ਦਿੱਤਾ। ਇਹ ਤਰਨ ਤਾਰਨ ਸਾਹਿਬ, ਇਹ 1900 ਤਕਰੀਬਨ 17 ਜਾਂ 18 ਦੀ ਘਟਨਾ ਹੈ। ਤਾਂ ਇਹਨਾਂ ਨੇ ਕੀ ਕੀਤਾ, ਭਾਈ ਸੰਤ ਸਿੰਘ ਜੀ ਦੇ ਸੁਪੁੱਤਰ ਨੂੰ ਪੱਥਰ ਬੰਨ੍ਹ ਕੇ ਉਹਨੂੰ ਸਰੋਵਰ 'ਚ ਡੁਬੋ ਕੇ ਮਾਰ ਦਿੱਤਾ ਤੇ ਭਾਈ ਸੰਤ ਸਿੰਘ ਜੀ ਦੀ 13 ਕੁ ਸਾਲਾਂ ਦੀ ਬੱਚੀ ਦੀ ਪੱਤ ਲੁੱਟੀ। ਦੂਸਰੀ ਘਟਨਾ ਵਾਪਰੀ ਤਰਨ ਤਾਰਨ ਸਾਹਿਬ ਵਿਖੇ। ਇੱਕ ਸੰਗਤ ਆਈ, ਜਦੋਂ ਕਿਤੇ ਬੀਬੀਆਂ ਨੇ ਆਉਣਾ ਨਾ ਭਾਈ, ਸ਼ਾਮ ਨੂੰ ਬਹੁਤ ਸਾਰੇ ਪਰਿਵਾਰ ਜਾਂ ਸਵੇਰੇ ਕਿਤੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਆਉਂਦੇ, ਤਾਂ ਇਹਨਾਂ ਮਹੰਤਾਂ ਦੇ ਬੱਚਿਆਂ ਨੇ ਉਹਨਾਂ ਬੀਬੀਆਂ ਦੇ ਉੱਪਰ ਬੱਟੇ ਮਾਰਨੇ, ਗੰਨਿਆਂ ਦੇ ਜਿਹੜੇ ਉਹ ਛਿਲਕੇ ਸਨ ਉਹ ਮਾਰਨੇ, ਜਾਣੀ ਕਿ ਗਲਤ ਹਰਕਤਾਂ ਕਰਨੀਆਂ। ਤਾਂ ਉਸ ਵੇਲੇ ਇਕੱਠ ਹੋਇਆ ਤੇ ਇਹਨਾਂ ਕਿਹਾ, ਮਹੰਤਾਂ ਨੂੰ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਰਜੋ। ਤੇ ਅੱਗੋਂ ਇੱਕ ਮਹੰਤ ਦੇ ਬੱਚੇ ਨੇ, ਉਹਦੇ ਮੁੰਡੇ ਨੇ, ਲੜਕੇ ਨੇ ਹੰਕਾਰ ਵਿੱਚ ਆ ਕੇ ਇਹ ਗੱਲ ਕਹੀ, ਕਹਿਣ ਲੱਗੇ ਜਿਵੇਂ ਤੁਹਾਡੀਆਂ ਦੁਕਾਨਦਾਰੀਆਂ ਨੇ, ਇਹ ਤਰਨ ਤਾਰਨ ਦਰਬਾਰ ਸਾਹਿਬ ਸਾਡੀ ਦੁਕਾਨਦਾਰੀ ਹੈ, ਇੱਥੇ ਜੋ ਚਾਹੇ ਤੇ ਅਸੀਂ ਕਰਾਂਗੇ ਤੇ ਸਾਨੂੰ ਕੋਈ ਰੋਕਣ ਵਾਲਾ ਹੈ ਨਹੀਂ। ਤੇ ਜਿਹਨੂੰ ਆਪਣੇ ਘਰਾਂ ਦੀ ਪੱਤ ਪਿਆਰੀ ਹੈ, ਜਿਹਨੂੰ ਆਪਣੇ ਘਰਾਂ ਦੀ ਇੱਜ਼ਤ ਪਿਆਰੀ, ਉਹ ਆਪਣੀਆਂ ਧੀਆਂ ਨੂੰ ਆਪਣੇ ਘਰ ਵਿੱਚ ਵਰਜ ਕੇ ਰੱਖੋ। ਇੱਦਾਂ ਦੇ ਸ਼ਬਦ ਬੋਲੇ। ਹੁਣ ਭਾਈ ਸੰਤ ਸਿੰਘ ਜੀ ਦੀ ਜਿਹੜੀ ਇਹ ਪਰਿਵਾਰ ਦੀ ਘਟਨਾ ਵਾਪਰੀ ਨਾ ਜੀ, ਬਹੁਤ ਸਾਰਿਆਂ ਨੂੰ ਪਤਾ ਸੀ, ਬਹੁਤ ਨੂੰ ਨਹੀਂ ਸੀ ਪਤਾ। ਤੇ ਉਹਨਾਂ ਦਿਨਾਂ ਦੇ ਵਿੱਚ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਕੋਈ ਮੀਟਿੰਗ ਚੱਲ ਰਹੀ ਸੀ, ਔਰ ਉਸ ਮੀਟਿੰਗ ਦੇ ਵਿੱਚ ਭਾਈ ਸੰਤ ਸਿੰਘ ਜੀ ਦੀ ਪਤਨੀ ਜਾਂਦੀ ਹੈ ਤੇ ਉਹਨੇ ਗਰਜਵੀਂ ਆਵਾਜ਼ ਵਿੱਚ, ਉੱਚੀ ਆਵਾਜ਼ ਵਿੱਚ ਚੱਲ ਰਹੀ ਮੀਟਿੰਗ ਦੇ ਵਿੱਚ ਤੇ ਆਮ ਸੰਗਤ ਦੇ ਵਿੱਚ ਖਲੋ ਕੇ ਇੱਕ ਆਵਾਜ਼ ਮਾਰੀ, ਕਹਿਣ ਲੱਗੀ, ਲੋਕਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਬਚਾਉਣ ਵਾਲਿਓ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਕੋਲੋਂ ਛਡਵਾਉਣ ਵਾਲਿਓ, ਅੱਜ ਤੁਹਾਡੀਆਂ ਧੀਆਂ ਦੀ, ਤੁਹਾਡੀਆਂ ਬੱਚੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਹੈ ਤੇ ਤੁਸੀਂ ਕਿੱਥੇ ਸੌਂ ਗਏ ਹੋ, ਹੈ ਕਿ ਨਹੀਂ, ਕਿ ਸਿੱਖ ਮੁੱਕ ਗਏ ਨੇ। ਜਦੋਂ ਇਹ ਦਰਦ ਭਰੀ ਆਵਾਜ਼ ਸੁਣੀ ਤੇ ਸਾਰਿਆਂ ਦਾ ਧਿਆਨ ਉਸ ਬੀਬੀ ਵੱਲ ਗਿਆ ਤੇ ਪੁੱਛਿਆ, ਬੀਬੀ ਕਾਰਨ ਦੱਸ। ਤੇ ਉਸ ਬੀਬੀ ਨੇ ਉੱਥੇ ਰੋ ਕੇ ਕਿਹਾ, ਕਹਿਣ ਲੱਗੀ, ਮੈਂ ਸੰਤ ਸਿੰਘ ਦੀ ਪਤਨੀ ਹਾਂ ਤੇ ਤਰਨ ਤਾਰਨ ਸਾਹਿਬ ਵਿਖੇ ਮਹੰਤਾਂ ਨੇ ਸਾਡੇ ਨਾਲ ਆਹ ਦੁਰਦਸ਼ਾ ਕੀਤੀ। ਮੇਰੇ ਪਤੀ ਨੇ ਸਿਰਫ ਇੰਨੀ ਗੱਲ ਕਹੀ ਹੈ ਕਿ ਜੇ ਗੁਰੂ ਨਾਨਕ ਦੀ ਸਿੱਖੀ ਕਮਾਉਣੀ ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਤੇ ਮਹੰਤਾਂ ਨੇ ਇਸ ਗੱਲ ਪਿੱਛੇ ਲੱਗ ਕੇ ਮੇਰੇ ਬੱਚੇ ਨੂੰ ਸਰੋਵਰ ਵਿੱਚ ਡੁਬੋ ਕੇ ਮਾਰਤਾ ਤੇ ਮੇਰੀ ਬੱਚੀ ਦੀ, ਮੇਰੀ 13 ਕੁ ਸਾਲ ਦੀ ਧੀ ਦੀ ਪੱਤ ਲੁੱਟੀ। ਤੇ ਸਿੱਖ ਕੌਮ ਤੇ ਦੂਜੀਆਂ ਬੱਚੀਆਂ ਦੀ ਪੱਤ ਬਚਾਉਂਦੀ ਹੈ ਤੇ ਅੱਜ ਆਪਣੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਹੈ ਤੇ ਕੌਮ ਕਿੱਥੇ ਹੈ। ਇਸ ਘਟਨਾ ਨੇ ਨਾ ਜੀ ਹਿਰਦਾ ਬਲੂੰਦਰ ਕੇ ਰੱਖ ਦਿੱਤਾ। ਉਸ ਵੇਲੇ ਉਸੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਤਰਨ ਤਾਰਨ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਕਮੇਟੀ, ਸ਼੍ਰੋਮਣੀ ਕਮੇਟੀ ਲਵੇਗੀ ਤੇ ਉੱਥੋਂ ਦੇ ਮਹੰਤਾਂ ਨੂੰ ਕੱਢਿਆ ਜਾਏ। ਤੇ ਉਸ ਵੇਲੇ ਫਿਰ ਸਾਰੀ ਕੌਮ, ਪੰਥਕ ਆਗੂ, ਸ਼੍ਰੋਮਣੀ ਕਮੇਟੀ, ਔਰ ਇੱਥੇ ਹੀ ਨਹੀਂ, ਸ਼੍ਰੋਮਣੀ ਕਮੇਟੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿਹੜਾ ਹੈਗਾ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਵੀ ਬਣਿਆ, ਇੱਕ ਧਾਰਮਿਕ ਸੰਸਥਾ ਤੇ ਇੱਕ ਰਾਜਨੀਤਿਕ ਸੰਸਥਾ। ਤੇ ਉਦੋਂ ਫਿਰ ਬਹੁਤ ਸਾਰੇ ਆਗੂ ਸਿੱਖ, ਭਾਈ ਤੇਜਾ ਸਿੰਘ ਵਰਗੇ, ਭਾਈ ਲਛਮਣ ਸਿੰਘ ਵਰਗੇ, ਹੋਰ ਬਹੁਤ ਸਾਰੇ ਆਗੂ ਸਿੱਖ ਸਨ ਜਿਹੜੇ, ਤੇ ਉਹ ਤਰਨ ਤਾਰਨ ਸਾਹਿਬ ਆਏ ਤਾਂ ਕਿ ਇਹਨਾਂ ਮਹੰਤਾਂ ਦੇ ਨਾਲ ਗੱਲ ਕੀਤੀ ਜਾਏ। ਤੇ ਸਿੱਖਾਂ ਅਰਦਾਸ ਕੀਤੀ ਕਿ ਅਸੀਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਬੈਠਣਾ ਹੈ, ਕੋਈ ਸਿੱਖ ਹੱਥ ਨਹੀਂ ਚੱਕੇਗਾ, ਕੋਈ ਸਿੱਖ, ਅਸੀਂ ਉਸ ਗੁਰੂ ਦੇ ਅਸਥਾਨ 'ਤੇ ਜਾਂਦੇ ਹਾਂ ਜਿਹੜੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਨੇ। ਪਹਿਲਾਂ ਕੋਈ ਵਾਰ ਨਹੀਂ ਕਰੇਗਾ, ਪਹਿਲਾਂ ਕੋਈ ਕੁਝ ਨਹੀਂ ਕਰੇਗਾ,
सिख ते अजे शांतिपूर्वक गल कर रहे सन ते इन्हां महंतां ने की कीता, गुरु दरबार दे विच बैठी हुई संगत ते गुरु दरबार विच बैठे हुए आगू सिखां दे उपर हमला कीता। ते उस हमले दे विच उस गुरुद्वारा सुधार लहर दे फिर दो शहीद पहलां होए, भाई हजारा सिंह ते भाई हुकम चंद। ते जदों भाई हजारा सिंह शहीद होए, उन्हां दी जिहड़ी मृतक शरीर सी, लाश सी, उहनूं पवित्र उन्हां दी देह नूं जिहड़ा उन्हां दे पिंड लिजाया गया। तरन तारण साहब दे लागे ही पिंड सी उन्हां दा, बजुर्ग मां सी उन्हां दी। इकट्ठ होया, सिख कौम इकट्ठी होई उन्हां दे अंतिम संस्कार मौके। तां उस वेले कई आगू सोचते ने भी कि जवान पुत्र दी लाश है, जवान पुत्र दा शरीर है, माँ है जिहड़ी वो देख के रोएगी, कुरलाएगी, भुब्बा मारेगी। किवें करिए, माता नूं शरीर दे दर्शन करवाइए जां ना करवाइए। बहुत सारे आगू सिख इदां सोचते हैं भी माता बजुर्ग है, भाई हजारा सिंह जवान सन। तां उस वेले फिर की कीता, भाई हजारा सिंह जी दी माँ अगे वधी, अपने पुत्र दा मुख वेख के, अग्नि दी चिखा ते पिया पुत्र, अपने पुत्र दा मुख वेख के मस्थे नूं चुम के कहण लगी, पुत्र मैं किड्डे भागां वाली हाँ कि मेरे दुੱਧ दे विच किन्नी शक्ति, किन्नी कला सी, जिहड़ा धन श्री गुरु अर्जन देव साहब जी दे अस्थान ते महंतां ने दाग लाए सन ते उन्हां दागां नूं तूं खून दे नाल धो दिता। जदों माँ ने ये गल कही तां उत्थे खड़े बहुत सारे नौजवानां दे मनां विच जोश आया ते उन्हां फैसला किया कि हुण महंतां कोलों गुरुद्वारियां नूं आज़ाद करवाउणा ही करवाउणा है। उस तो बाद तरन तारण साहिब दा जिहड़ा प्रबंध सी ते वो सिख कौम दे कोल आया। फिर उत्थे भाई हजारा सिंह इन्हां दे अंतिम अरदास समागम रखिया गया। श्री अखंड पाठ साहब दे भोग पाए ते श्री अखंड पाठ साहब दे भोग समय जिथे बहुत सारे आगू आए ते उत्थे नाल ही भाई लक्ष्मण सिंह धारोवाली आया। ये साका ननकाणा साहिब उदों नाल ही वापरिया, उहदी शुरुआत इत्थों हो जाती है। भाई लक्ष्मण सिंह धारोवाली जदों भाई लक्ष्मण सिंह जी धारोवाली भाई हजारा सिंह जी के भोग समय संगत दे संबोधनत होए, बोलन लगे, उदों उन्होंने स्टेज ते खलो के एक ही गल आखी, हे गुरु अर्जन देव साहब पातशाह, जिथे मैं आप जी के चरणों विच भाई हजारा सिंह जी के निमित्त अरदास करदा हाँ ते उत्थे एक अरदास मेरी भी सुन लियो, श्री ननकाणा साहिब की शहादत मेरी झोली च पा दिओ ताकि असी ननकाणा साहिब नूं भी आज़ाद करवा सकीए। ते उन्हां दिनां च उत्थे ननकाणा साहिब का प्रबंध सी जिहड़ा वो नारायण दास नाम का महंत देख रहा सी, आपां उहनूं नारायणू कहंदे हाँ। ये बड़ा छतर दिमाग दा बंदा सी ते नारायणू महंत उत्थों का प्रबंधक सी ते इन्हें उत्थे इदां दे किन्ने कांड कीते, किन्नी गुरु नानक दे घर दी मर्यादा दीयां धज्जियां उडाइयां ते किवें ननकाणा साहिब आज़ाद होया ते ये आपां कल विचारांगे। ये साका ननकाणा साहिब दे दिन चल रहे ने। 1921 फरवरी नूं 21 फरवरी सन 1921 नूं ये जिहड़ियां वड्डियां वड्डे साके वड्डियां घटनावां वापरीआं ते उदों ही फिर जिहड़ी श्रोमणी कमेटी होंद विच आई, उदों ही गुरुद्वारियां दा प्रबंध कौम कोल आया ते आओ सारी संगत इन्हां दिनां विच वध चढ़ के गुरु पातशाह दे चरणां विच जुड़ करके लाहे प्राप्त करिया करिए जी। सारियां संगतां दे बहुत वड्डे भाग हन। गुरु किरपा करे अपने सारियां दे मनां विच बाणी दा प्यार वस जाए। वध चढ़ के संगत गुरु चरणां विच हाजरियां लवाया करो जी। कथा दा समां समाप्त। बोलदियां चलदियां अनेकां भुल्लां, गुरु और गुरु की संगत बख्शण जोग। बुलाओ फतेह आखो जी वाहिगुरू जी का खालसा वाहिगुरू जी की फतेह।